ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। कोट पराध हमारे खंडो अनक विधि समझावो। हम ज्ञान अल्प मत थोड़ी तुम आपन बिरद रखावो। तुमरी शरण तुम्हारी आसा तुम ही सजन सुहेले। राखो राखण हार दयाला नानक करके गोले। जी राखो राखण हार दयाला नानक करके गोले। वाहिगुरु जी का खालसा वाहिगुरु जी की फतेह। परम सत्कार योग गुरु प्यारी साध संगत जीओ, आप सारे माई भाई गुरु रूप गुरु संगत के रूप विच बैठ के बहुत ही सलाहना योग ये कारज आप सारे माई भाई मिल के कर रहे हो। जो ये वड्डे वड्डे तपीसरी वड्डे वड्डे जितने भी संसार दे विच जीव हैं, हर कोई इस अमृत वेले नूं लोचदा है। सो आप जी ते अपार बख्शिश है, रोज़ाना अमृत वेले जा के सतगुरां दी अमृतमई बाणी दे नाल जुड़ के अपने जीवन दियां ओ स्वास सफले कर रहे हो। आओ चल रही लड़ीवार श्री जपजी साहिब जी दे विचार जो असी महाराज की बख्शी दे सदके विचार चल रही है। अज अखीरले पड़ाव ते गुरु साहब सेवा लैन। अगली बारी फिर असी जपजी साहब दे इस महात्म नूं सांझ करन दा यतन करांगे। सो अज गुरु साहब सलोक बारे की कह रहे हैं, क्योंकि जपजी साहब विच साध संगत जीओ दो सलोक ने। एक पहला असी पढ़ के आए हैं कि आद सच जुगाद सच है भी सच नानक होसी भी सच। दूजा सलोक जिहड़ा अज आरंभ होना है, जिहड़ा पवन गुरु पाणी पिता माता धरत महत। सो ये दो सलोक ने। आरंभता विच महाराज ने मंगलाचरण जो मंगलाचरण के रूप विच गुरबाणी नूं आरंभ किया है, जिन्हों असी मूल मंत्र का भी नाम देने हाँ। सो गुरु महाराज अज दूजे सलोक विच जो अखीरला सलोक है, महाराज कृपा करन अगम अगोचर सच साहिब मेरा नानक बोले बुलाया तेरा। अज गुरु साहब सेवा लैन। सारे माई भाई मन दियां बिरतियां नूं इकागर करिए, ध्यान गुरु साहब दे चरनां विच लाइए, कोई रसना वांझी ना रवे। हिरदे दी गराइयां विचों सारे आखो जी सतनाम श्री वाहिगुरू। फिर आखो जी सतनाम श्री वाहिगुरू। सलोक पवन गुरु पाणी पिता माता धरत महत। दिवस रात दुई दाई दाया खेलै सगल जगत। ये श्लोक गुरु नानक पातशाह ने लिखा है, जो जपजी साहब दे
ਅਖੀਰ ਵਿੱਚ ਅਸੀਂ ਸਾਰੇ ਮਾਈ ਭਾਈ ਪੜ੍ਹਨੇ ਹਾਂ, ਜੋ ਆਪ ਜੀ ਨੇ ਹੁਣੇ ਨਿਤਨੇਮ ਵਿੱਚ ਸਰਵਣ ਕੀਤਾ ਹੈ। ਇਹ ਸਰੂਪ ਸ਼ਲੋਕ ਦਾ ਗੁਰੂ ਗ੍ਰੰਥ ਸਾਹਿਬ ਵਿੱਚ 2 ਵਾਰੀ ਦਰਸ਼ਨ ਹੁੰਦੇ ਹਨ ਇਸ ਸਰੂਪ ਦੇ। ਇਹ ਪਹਿਲਾ ਗੁਰੂ ਨਾਨਕ ਪਾਤਸ਼ਾਹ ਦਾ ਹੈ ਅਤੇ ਦੂਜੀ ਵਾਰੀ ਜਿਹੜੀ ਵਰਤੋਂ ਹੋਈ ਹੈ ਉਹ ਗੁਰੂ ਅੰਗਦ ਦੇਵ ਮਹਾਰਾਜ ਵੱਲੋਂ 146 ਅੰਕ ਤੇ ਮਾਝ ਦੀ ਰਾਗ ਵਿੱਚ ਗੁਰੂ ਸਾਹਿਬ ਨੇ ਇਸੇ ਸ਼ਲੋਕ ਨੂੰ ਰਿਪੀਟ ਵੀ ਕੀਤਾ ਹੈ। ਗੁਰੂ ਅੰਗਦ ਦੇਵ ਮਹਾਰਾਜ ਨੇ ਉਹਦੇ ਵਿੱਚ 2-3 ਅੱਖਰਾਂ ਦਾ ਕੁਝ ਮਹਾਰਾਜ ਨੇ ਫਰਕ ਹੈ। ਜਿਸ ਤਰ੍ਹਾਂ ਇੱਥੇ ਪਵਨ ਗੁਰੂ ਹੈ, ਉੱਥੇ ਪੌਣ ਗੁਰੂ ਹੈ। ਇੱਥੇ ਜਿਸ ਤਰ੍ਹਾਂ ਦਿਵਸ ਰਾਤ ਹੈ, ਉੱਥੇ ਦਿਨਸ ਰਾਤ ਹੈ। ਅਤੇ ਅਖੀਰ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਤਰ੍ਹਾਂ ਲਿਖਿਆ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਅਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਲਿਖਿਆ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਸੋ 2 ਵਾਰੀ ਇਸ ਸ਼ਲੋਕ ਦੇ ਦਰਸ਼ਨ ਹੁੰਦੇ ਹਨ। ਭਾਵ ਅਰਥ ਦੋਨਾਂ ਦੇ ਸੇਮ ਨੇ। ਸੋ ਇਹ ਗੁਰੂ ਦੀ ਰਮਝ ਹੈ ਕਿ ਉਹਨਾਂ ਨੇ ਕਿਉਂ ਡਿਫਰੈਂਸ ਪਾਇਆ ਹੈ। ਇਹ ਗੁਰੂ ਦੀ ਮੋਜ ਹੈ, ਗੁਰੂ ਜਾਣਦਾ ਹੈ। ਸੋ ਆਓ ਅੱਜ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਦੇ ਰਹੇ ਨੇ। ਸ਼ਲੋਕ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਕਿਹਾ ਪਵਨ ਗੁਰੂ। ਪਵਨ ਨੂੰ ਗੁਰੂ ਦਾ ਦਰਜਾ ਦਿੱਤਾ ਹੈ। ਥੋੜ੍ਹਾ ਜਿਹਾ ਇੱਥੇ ਮੈਂ ਕਹਾਂਗਾ ਕਿ ਇਸ ਗੱਲ ਦਾ ਭੁਲੇਖਾ ਅਸੀਂ ਪਹਿਲਾਂ ਕੱਢ ਦਈਏ ਕਿ ਗੁਰੂ ਸਾਹਿਬ ਪਵਨ ਨੂੰ ਗੁਰੂ ਕਹਿ ਰਹੇ ਨੇ। ਨਹੀਂ, ਇਹ ਇੱਕ ਸਮਝਾਉਣ ਦਾ ਢੰਗ ਹੈ। ਕਈ ਇਹ ਵੀ ਸਵਾਲ ਕਰ ਦਿੰਦੇ ਨੇ, ਜੇ ਸਾਡਾ ਪਵਨ ਗੁਰੂ ਹੈ ਤੇ ਫਿਰ ਗੁਰੂ ਦੀ ਕੀ ਲੋੜ ਹੈ। ਪਰ ਸਾਧ ਸੰਗਤ, ਇਹ ਇੱਕ ਵਿਚਾਰਧਾਰਾ ਗਲਤ ਹੈ। ਗੁਰੂ ਨੇ ਇੱਕ ਉਦਾਹਰਣ ਦੇ ਕੇ ਦੱਸਿਆ ਹੈ ਕਿ ਪਵਨ ਕਿਉਂ ਗੁਰੂ ਹੈ, ਪਵਨ ਨੂੰ ਗੁਰੂ ਦੀ ਸੰਗਿਆ ਕਿਉਂ ਦਿੱਤੀ ਹੈ। ਇਹ ਨਹੀਂ ਕਿ ਪਵਨ ਗੁਰੂ ਹੈ, ਐਸੀ ਗੱਲ ਨਹੀਂ। ਮਹਾਰਾਜ ਨੇ ਇੱਕ ਗੁਰੂ ਦੀ ਜਿਹੜੀ ਮਹਿਮਾ ਹੈ ਉਹਨੂੰ ਦੱਸਣ ਵਾਸਤੇ ਅੱਖਰ ਵਰਤੇ ਹਨ ਉਦਾਹਰਣ ਦੇ ਕੇ। ਕਿਉਂਕਿ ਪਵਨ ਜਿਹੜੀ ਹਵਾ ਹੈ, ਆਕਸੀਜਨ ਹੈ, ਉਹਦੇ ਬਗੈਰ ਸਾਡਾ ਸਰੀਰ ਨਹੀਂ ਚੱਲ ਸਕਦਾ। ਕਦੀ ਵੇਖੋ ਆਕਸੀਜਨ ਨਾ ਹੋਵੇ ਤੇ ਸਾਡਾ ਸਰੀਰ ਭਾਵ ਸਾਡੇ ਅੰਦਰੋਂ ਇਹ ਪ੍ਰਾਣ ਫਿਰ ਨਿਕਲ ਜਾਣਗੇ, ਕਿਉਂਕਿ ਆਕਸੀਜਨ ਦੇ ਸਹਾਰੇ ਹੀ ਅਸੀਂ ਚੱਲ ਰਹੇ ਹਾਂ ਇਹ ਸਰੀਰ ਸਾਡਾ। ਤੇ ਹਵਾ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਵੱਡੀ ਗੱਲ ਇਹ ਵੇ, ਸਿੱਧੀ ਅੱਖਰਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਹਵਾ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ ਸਰੀਰਕ ਤੌਰ 'ਤੇ। ਪਾਣੀ ਪਿਤਾ ਹੈ। ਦੇਖੋ, ਪਾਣੀ ਤੋਂ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਜਿਸ ਤਰ੍ਹਾਂ ਪਿਤਾ ਤੋਂ ਅਸੀਂ ਪੈਦਾ ਹੋਏ ਹਾਂ, ਪਾਣੀ ਤੋਂ ਬਗੈਰ ਵੀ ਅਸੀਂ ਨਹੀਂ ਰਹਿ ਸਕਦੇ। ਸਰੀਰਕ ਤੌਰ 'ਤੇ ਮੈਂ ਗੱਲ ਕਰ ਰਿਹਾ, ਮਨ ਦੀ ਤੌਰ 'ਤੇ ਅਸੀਂ ਬਾਅਦ 'ਚੋਂ ਕਰਾਂਗੇ। ਕਿਉਂਕਿ ਮੈਂ ਬੜਿਆਂ ਨੂੰ ਵੇਖਿਆ, ਜਦੋਂ ਹੜਤਾਲਾਂ ਹੁੰਦੀਆਂ ਨੇ, ਭੂਖ ਹੜਤਾਲ ਲਿਖਦੇ ਨੇ ਪਰ ਉਹ ਭੂਖ ਹੜਤਾਲ ਵਿੱਚ ਉਹ ਪਾਣੀ ਨੂੰ ਵੀ ਲੈਂਦੇ ਨੇ। ਇੱਥੋਂ ਇਹ ਭਾਵ ਹੈ ਕਿ ਪਾਣੀ ਨਾਲ ਬੰਦਾ ਨਾ ਪੀਏ ਨਾ ਤੇ ਉਹਦੀ ਪਿਆਸ ਨਾ ਬੁੱਝੇ ਤੇ ਉਹਦੇ ਕੁਝ ਸਮੇਂ ਬਾਅਦ ਉਹਦੀ ਮੌਤ ਹੋ ਸਕਦੀ ਹੈ, ਹੁੰਦੀ ਵੀ ਹੈ, ਕਿਸੇ ਨੂੰ ਪਾਣੀ ਨਾ ਮਿਲੇ। ਕਿਉਂਕਿ ਪਿਆਸ ਇੱਕ ਐਸੀ ਚੀਜ਼ ਹੈ ਜਿਹੜੀ ਬਰਦਾਸ਼ਤ ਨਹੀਂ ਹੁੰਦੀ। ਤਾਂ ਹੀ ਗੁਰਬਾਣੀ ਵਿੱਚ ਵੀ ਕਿਹਾ ਹੈ, ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋ ਅਨ ਦਿਨ ਨੀਤ। ਦੇਖੋ, ਦਰਸ਼ਨਾਂ ਨੂੰ ਪਿਆਸ ਜਿਸ ਤਰ੍ਹਾਂ ਬੰਦਾ ਪਿਆਸਾ ਹੁੰਦਾ ਨਾ, ਉਹਨੂੰ ਪਾਣੀ ਮਿਲ ਜਾਏ ਤੇ ਉਹਦੇ ਵਾਸਤੇ ਉਹਨੂੰ ਕਹੋ ਜੀ ਤੈਨੂੰ ਮੈਂ ਲੱਖਾਂ ਕਰੋੜਾਂ ਡਾਲਰ ਦੇ ਦੇਣਾ, ਪਰ ਉਹ ਕਹੇਗਾ ਜਿੱਥੇ ਮੈਨੂੰ ਪਾਣੀ ਦੀ ਲੋੜ ਹੈ ਮੈਂ ਪਾਣੀ ਹੀ ਪੀਣਾ ਹੈ। ਗੁਰੂ ਸਾਹਿਬ ਨੇ ਇਸ ਤਰ੍ਹਾਂ ਦੀ ਪਿਆਸ ਜੇ ਤੈਨੂੰ ਪਰਮਾਤਮਾ ਦੇ ਨਾਮ ਦੀ ਲੱਗ ਜਾਏ, ਦਰਸ਼ਨ ਪਿਆਸੀ ਦਿਨ ਰਾਤ,
जिस तरह प्यास लगी होवे ते पानी नूं किथे मूरथल विच, किथे रेगिस्तान विच किसी नूं पानी की प्यास लगे तो वो एक आंदा ना मरीचिका जी, दूरों लगता है इस तरह कि इत्थे पानी होएगा, पर वो जाके शेड होंदी है, पानी होंदा नहीं, और प्यासा हो जाता है। तो एक समा आंदा है हिरण की, उसकी मौत हो जाती है। गुरु साहब कहते तेरे अंदर भी प्यास इस तरह की होवे कि तू भी परमात्मा, ये एक उदाहरण ने सारे कि तेरे अंदर जिस तरह प्यास लगी होवे ते साडी की हालत होंदी है, उस वेले सानू कोई काम चंगा नहीं लगता। इस तरह पवन तो बिना असी साह नहीं लै सकते। ये तुसी देख ही लिया करोना पीरियड के अंदर ऑक्सीजन, ये तो रब का शुक्र करिए, इतनी उतनी ऑक्सीजन खोली है, किसी का बिल नहीं आता, कदी किसी का बिल अज तक नहीं आया। दसो किसी महाराज ने, परमात्मा ने क्या होवे मैं तैनूं बचपन तो लैके 60 70 80 साल सारी उम्र तैनूं मैं ऑक्सीजन दिती है, ਉਹਦਾ कोई बिल नहीं आता। पर तुसी देख लिया करोना पीरियड के अंदर एक एक सिलेंडर 50-50 हज़ार के भी विके हैं, वो भी ऑक्सीजन है। तो वीर जी विचों जरा बंद कर दो किसी का माइक है प्लीज़, जरा एक्चुअली डिस्टर्बेंस होंदी है वीर जी, प्लीज़। हाँ जी, हाँ जी वीर जी दस रहे हैं वीर जी, अगे गल जरा विचार चल रही है जरा। तो पानी तो बगैर असी रह नहीं सकते, उस तरह गुरु दे असी गुरु तो बगैर भी असी नहीं रह सकते। तो धरती जिहड़ी है, धरती नूं माता, धरत महत क्या, महत होंदी वड्डी, वड्डी माता क्यों कहिए, क्योंकि धरती जिथे असी धरती शरीरिक तौर पर रहने उहदे वास्ते जरूरी है। ये तो हो गई शरीरिक तौर पर गल्लां। हुण असी विचार करिए कि मन के तल ते असी गल करनी है। कई बारी गल ना पूरी समझ आए तो थोड़ा जिहा विस्तार भी देखना पैंदा है। मन के तौर पर साध संगत, जिस तरह हवा नूं गुरु कहा है गुरु साहब ने, मन के तौर पर वो ऑक्सीजन तो बिना शरीर नहीं चल सकता, तो मन भी गुणा दे ऑक्सीजन बिना ये मन नहीं चल सकता। गुणा का ऑक्सीजन सानू चाहिए है, वो बिना गुरु तो नहीं मिल सकता, ता उन्होंने पवन गुरु कहा है। देखो एक गुरबाणी च पंक्ति आंदी, मृतक को पायो तन सासा, बिछत आन मिलाया। गुरु साहब देखो किवें सानू ऑक्सीजन देंदे ने। मृतक को पायो तन सासा, एक मोए हुए बंदे नू गुरु साहब श्वास बख्शदे ने। इहदा ये मतलब ना समझना कि जेड़ा भी मरिया होवे गुरु साहब उन्हें श्वास दे देन, ये करामात वाली गल नहीं है। इत्थे जे गुरु साहब चाहते, ध्यान देना बिल्कुल, बड़ा थोड़ा जिहा टिपिकल ये टॉपिक है, थोड़ा जिहा ध्यान, थोड़ा ज़्यादा असी अपने थोड़े जे माइंड नूं बड़ा ध्यान नाल सुनना है। गुरु साहब चाहते जिहड़े मुगल तुर्क नाल लड़ते सन ते उन्हां दे सिख शहीद होंदे सन, वो श्वास दे के उन्होंने जिंदियां कर सकते सन। 12वीं गुरबाणी विच आया, सतगुरु मेरा मार जीवाले। ये चीज़ां क्यों ने? वो चाहते 4 साहिबजादियां नूं भी वो मारते रहंदे, ये जीवित करते रहंदे। नहीं, इत्थे वो भाव नहीं है। देखो गुरु साहब भाणे दे विच उस करते अकाल पुरख दे हुक्म विच रहे ने। तुहाडा की मतलब गुरु अर्जन देव महाराज कुछ नहीं कर सकते सन? सब कुछ कर सकते सन, पर उस परमात्मा की रजा विच रहन वास्ते गुरु साहब ने सानू समझाया है कि मृतक को पायो तन सासा, भाव कि जिन्हां दे आत्मक तौर पर मरे हुए ने उन्होंने गुरु साहब श्वास देंदे ने, जिन्हों कहते ने गुणा की ऑक्सीजन। देखो गुणा दे करके, ज्ञान करके असी जीवित नहीं रह सकते।
ज्ञान का बद्दा मन रहे, गुर बिन ज्ञान ना होए। साडे कोल ज्ञान नहीं ना गुणा दा, गुरु सानू पवन गुरु को क्यों क्या है? क्योंकि गुरु सानू गुणा दी ऑक्सीजन दिंदा है। अगर ऑक्सीजन सानू नहीं मिलती, जिहड़े गुणा तो सखणे ने, तुसी संसार विच उन्हां दी हालत कदी भी देख लो। सानू गुरु साहब मन दे तल तो उच्चा करना चाहते हैं, शरीर दे तल तो उत्ते चुक के। असी शरीर नहीं हाँ। मैनू खिमा कर देना, ये वीर जी का सवाल आ जाएगा। देखो जे मैं शरीर हुंदा ते गुरु अमरदास पातशाह, मेरा टॉपिक नहीं, चलो मैं विचे विचार दे विच सांझ कर लेना। जे मैं शरीर हुंदा ते गुरु साहब फिर है क्यों कह रहे ने ए शरीरा मेरिया? ऐदा मतलब मैं हो रहा, शरीर हो रहे। ए सरवणो मेरे हो, ਇਹਦਾ ਕੀ ਭਾਵ है? ਇਹਦਾ मतलब मैं हो रहा, सरवण मेरे होर ने। फिर ध्यान देना, ये नेत्रो मेरे हो, ये सब बाबा अमरदास जी कह रहे हैं ना, बाणी चुने तुसी पढ़िया ही है जस्ट। ਇਹਦਾ मतलब है मैं और नेत्रां विच फर्क है। मैं की हाँ? मैं हो रहा ते मेरे ये नेत्र होर ने। मैं हो रहा, शरीर हो रहे। क्योंकि इस करके कह रहे हैं गुरु साहब कि मैं शरीर नहीं हाँ, मैं आत्मा हाँ, मैं आत्म स्वरूप हाँ। ताई गुरु अर्जन देव महाराज शहादत का जाम पीन जा रहे सन ते गुरु हरगोबिंद पातशाह में बचन करके गए सन, बचिया सब तो पहला अमृत वेले उठ के इशनान करके अपने आत्म स्वरूप विच जाना है। उत्थे नहीं कि अखां विच जाना है या उहदे विच नहीं, क्योंकि मैं शरीर है ही नहीं। ये तो एक भांडा मिलिया, उहदे विच आत्मा पाई है। मन तू जोत स्वरूप है, अपना मूल पछाण। जिस दिन मैनू यह समझ आ गई मैं अखा नहीं हाँ, मैं शरीर नहीं हाँ, वो भोले लोग नहीं जानते सन। उन्होंने शहादत का जाम पिला, उन्होंने समझाया इन्हों शरीरी कष्ट दांगे ते डोल जाणगे, पर उन्होंने पता ही नहीं गुरु तो शरीर है ही नहीं। गुरु तो एक आत्मा है, ते आत्मा नूं कोई दुखा नहीं सकता जे उन्होंने गुणा दा ऑक्सीजन परमात्मा दे रहा होवे। फिर ध्यान देना, साडी आत्मा क्यों कमजोर है? क्योंकि उन्होंने गुणा दी ऑक्सीजन असी नहीं दे पा रहे। फिर ध्यान देना, पवन गुरु असी भोलिया ने समझ लिया कि हवा नूं गुरु मान लिया। नहीं, गुरु साहब सानू एक एग्जाम्पल दे रहे हैं, भाई मैं शरीर नहीं हाँ, तू आत्मा है। उहदी खुराक असी की करते, असी सारा दिन माया दे पिछे लग लग के असी खुराक, पर दरअसल वो मन की खुराक है ही नहीं है। मन की खुराक ते परमात्मा दे गुण ने, गुरु दे गुण ने, गुरु का उपदेश है, गुरु का ज्ञान है। हो सकता है माया शरीरिक तौल ते साडे नाल काम आउंदी है, नो डाउट, पर तुसी कहो जी इहदे नाल मैं मन की अवस्था उच्ची कर ला, ये साडा ते तुहाडा भुलेखा होएगा। तां ही गुरु ने इत्थे कहा है पवन गुरु। गुरु पवन है, क्यों? जिस तरह पवन साडे शरीर वास्ते असी नहीं रह सकते, इस तरह गुरु कहता है गुणा दी ऑक्सीजन करके तू मन करके भी नहीं रह सकता। तू गुणा दी ऑक्सीजन गुरु कोलों लै ते तां तेरा पवन गुरु है। पानी पिता, पानी साफ सुथरा चाहिए है, ये शरीर नूं जन्म दिंदा है। क्योंकि असी वीर जी ने कहा 5 तत्तां दा असी शरीर हाँ, ये तो असी बने हाँ। ते इनू पिता क्यों किया है? पानी पिता। हुण इस गल तो ध्यान दो, मैं गुरबाणी के आधार पर गल करांगा, बाहर मैं कभी भी गुरमत तो बाहर नहीं गल होई। हाँ, गुरबाणी कोई कटना चाहे मैं उसका कोई जवाब नहीं दे सकता। हुण गुरबाणी को पूछिए महाराज तुसी दसो पिता कौन है? जिस तरह पानी तो बगैर असी प्यास लगी हुए नहीं रह सकते, दसो कोई रह सकता है? कोई यह कहे कि मैं अज तक पानी नहीं पीता, कोई नहीं बंदा हो सकता। 2 दिन 4 दिन, मैं 10 दिन भी कोई नहीं कट सकता। चलो ये तो साढ़े शरीरिक तौर पर हो गया, असी पानी बगैर नहीं रह सकते। पर गुरु साहब
ਤੁਹਾਡੇ ਹਿਸਾਬ ਨਾਲ ਪਾਣੀ ਕਿਹਨੂੰ ਕਹਿੰਦੇ ਨੇ? ਪਿਤਾ ਕੌਣ ਹੈ ਤੁਹਾਡੇ ਹਿਸਾਬ ਨਾਲ? ਤੇ ਗੁਰੂ ਸਾਹਿਬ ਕਹਿੰਦੇ ਨੇ ਮਾਤਾ ਮਤ ਪਿਤਾ ਸੰਤੋਖ। ਜਿਹੜਾ ਪਿਤਾ ਹੈ ਨਾ ਉਹ ਸਾਡਾ ਸੰਤੋਖ ਹੈ। ਸੰਤੋਖ ਕੀ ਹੈ? ਸਬਰ। ਜਿਸ ਤਰ੍ਹਾਂ ਗੁਣਾਂ ਦੀ ਤੈਨੂੰ ਆਕਸੀਜਨ ਦੀ ਲੋੜ ਹੈ, ਉਸ ਤਰ੍ਹਾਂ ਪਿਤਾ ਪਾਸੋਂ ਤੈਨੂੰ ਸੰਤੋਖ ਦੀ ਲੋੜ ਹੈ, ਸਬਰ ਦੀ। ਸਬਰ ਹੋਣਾ ਬਹੁਤ ਜ਼ਰੂਰੀ ਹੈ। ਸੰਤੋਖ ਅੱਜ ਸਾਡੇ ਘਰਾਂ ਵਿੱਚੋਂ ਨਿਕਲ ਚੁੱਕਾ ਹੈ। ਅਸੀਂ ਪਿਤਾ ਦਾ ਦਰਜਾ ਹਟਾ ਦਿੱਤਾ ਹੈ। ਜਿਸ ਤਰ੍ਹਾਂ ਪਿਤਾ ਬੱਚੇ ਨੂੰ ਜਨਮ ਦਿੰਦਾ ਹੈ, ਉਸ ਤਰ੍ਹਾਂ ਸੰਤੋਖ ਵੀ ਸਾਡੇ ਵਾਸਤੇ ਪਿਤਾ ਹੈ। ਮਨ ਦੀ ਪੱਤਰੀ ਵਾਚੋ, ਕਿਤਨਾ ਕੁ ਸਾਡੇ ਵਿੱਚ ਸੰਤੋਖ ਆਇਆ ਹੈ। ਸਰੀਰ ਨੂੰ ਜੀਵਤ ਰੱਖਣ ਵਾਸਤੇ ਪਾਣੀ ਜ਼ਰੂਰੀ ਹੈ, ਪਰ ਮਨ ਨੂੰ ਜੀਵਤ ਰੱਖਣ ਵਾਸਤੇ ਸੰਤੋਖ ਦੀ ਲੋੜ ਹੈ, ਜਿਹਦੇ ਤੋਂ ਅਸੀਂ ਸਾਰੇ ਵਾਂਝੇ ਹਾਂ। ਮੈਨੂੰ ਖਿਮਾ ਕਰ ਦੇਣਾ, ਜੋ ਸੰਤੋਖ ਹੈ, ਅੱਜ ਸਾਡੇ ਘਰਾਂ ਵਿੱਚ ਸੰਤੋਖ ਕਿਉਂ ਨਹੀਂ ਹੈ? ਕਿਉਂਕਿ ਅਸੀਂ ਗੁਰੂ ਦੀ ਬਾਣੀ ਨੂੰ ਕਦੀ ਉਸ ਰੂਪ ਵਿੱਚ ਪੜ੍ਹਿਆ ਹੀ ਨਹੀਂ ਹੈ। ਕਦੇ ਸਬਰ ਸਾਡੇ ਵਿੱਚ ਹੈ ਹੀ ਨਹੀਂ ਹੈ। ਜਿਸ ਦਿਨ ਸਾਨੂੰ ਸੰਤੋਖ ਆ ਗਿਆ, ਦੇਖੋ 4 ਜਵਾਈ ਨੇ ਕਿਸੇ ਦੇ, 4 ਧੀਆਂ ਵਿਆਹੀਆਂ ਨੇ। ਮੈਂ ਥੋੜਾ ਸੌਖਾ ਲੈ ਕੇ ਸਮਝ ਲਈਏ। ਵਿਆਹ ਹੋਇਆ, 4 ਜਵਾਈ ਨੇ, 3 ਤੇ ਬੜੇ ਲਾਲਚੀ ਨੇ। ਇੱਕ ਜਵਾਈ ਜਿਹੜਾ ਹੈ ਉਹਨੂੰ ਸੰਤੋਖ ਹੈ, ਉਹ ਸਬਰ ਵਿੱਚ ਹੈ। ਉਹ ਕਹਿੰਦਾ ਵੀ ਮੈਨੂੰ ਕੀ ਲੋੜ ਹੈ। ਹੁਣ ਜਵਾਈ ਚਾਰੋਂ ਜਾਂਦੇ ਨੇ ਉਹਦੇ ਸਹੁਰਿਆਂ ਦੇ ਘਰ, ਤੁਸੀਂ ਵੀ ਜਾਂਦੇ ਹੋਵੋਗੇ। ਜਿਹਨੇ ਲਾਲਚ ਕੀਤੇ ਹੋਏ ਨੇ ਉਹਨਾਂ ਦੀ ਕਦਰ ਨਹੀਂ ਪੈਂਦੀ ਐਨੀ। ਵੇਖਦੇ ਸਾਰੇ ਨੂੰ, ਸਤਿਕਾਰ ਸਭ ਨੂੰ ਦੇ ਰਹੇ ਨੇ, ਪਰ ਜ਼ਿਆਦਾ ਕਿਹਨੂੰ ਮਿਲ ਰਿਹਾ? ਉਹਦੇ ਕੋਲ ਪੁੱਛਿਆ, ਭਾਈ ਹੁਣ ਉਹ ਤਿੰਨੋਂ ਲੜਦੇ ਨੇ ਉਹਦੇ ਨਾਲ, ਬਈ ਤੇਰੇ ਕਰਕੇ ਅਸੀਂ ਬਦਨਾਮ ਹੋਏ ਪਏ ਹਾਂ। ਫਿਰ ਧਿਆਨ ਦੇਣਾ, ਬਈ ਤੂੰ ਤੇ ਕੁਝ ਮੰਗਦਾ ਨਹੀਂ, ਤੂੰ ਲਾਲਚੀ ਨਹੀਂ ਹੈ, ਸਾਡੇ ਅੰਦਰ ਸੰਤੋਖ ਸਬਰ ਨਹੀਂ ਹੈ, ਤੇਰੇ ਕਰਕੇ ਸਾਡੀ ਵੀ ਬਦਨਾਮੀ ਹੋ ਰਹੀ ਹੈ। ਮਤਲਬ ਕਿ ਅੱਜ ਦੁਨੀਆ ਦੇ ਵਿੱਚ ਜਿਨ੍ਹਾਂ ਕੋਲ ਸਬਰ ਹੈ ਨਾ, ਉਹਨਾਂ ਦੀ ਗਿਣਤੀ ਘੱਟ ਹੈ। ਤੇ ਉਹ ਚਾਹੁੰਦੇ ਨੇ ਉਹ ਵੀ ਸਾਡੇ ਦਾਇਰੇ ਵਿੱਚ ਆ ਜਾਏ, ਤੇ ਫਿਰ ਸਾਡੇ ਵੀ ਇਹ ਔਗਣ ਛੁਪ ਜਾਣ। ਸਬਰ ਵਾਲੇ ਕੋਲ ਪੁੱਛਿਆ, ਸੰਤੋਖ ਵਾਲੇ ਜਵਾਈ ਕੋਲੋਂ ਪੁੱਛਿਆ, ਭਾਈ ਤੂੰ ਕਿਉਂ ਨਹੀਂ ਮੰਗਦਾ, ਤੂੰ ਕਿਉਂ ਨਹੀਂ ਲੈਂਦਾ? ਕਹਿੰਦਾ ਕੀ ਲਵਾਂ ਮੈਂ? ਜਿਸ ਨੇ ਆਪਣੀ ਧੀ ਨੂੰ ਪਾਲ ਕੇ ਪੋਸ਼ ਕੇ ਇਤਨਾ ਵੱਡਾ ਕਰਕੇ ਜਵਾਨ ਕਰਕੇ ਪੜ੍ਹਾ ਕੇ ਇਤਨੀ ਮਾਇਆ ਲਾ ਕੇ ਮੇਰੇ ਸਪੁਰਦ ਕਰ ਦਿੱਤਾ ਹੈ, ਮੈਂ ਤੇ ਉਹਨਾਂ ਦਾ ਆਲਰੇਡੀ ਕਰਜ਼ਾਈ ਹੋਇਆ ਪਿਆ। ਹੁਣ ਆਂਦੇ ਉਹ ਭਾਵੇਂ 20-25 ਲੱਖ ਦੀ ਗੱਡੀਆਂ ਤੇ ਨੇ, ਪਰ ਜਿਹਦੇ ਵੀ ਸੰਤੋਖ ਹੈ ਉਹ ਭਾਵੇਂ ਮੋਟਰਸਾਈਕਲ ਤੇ ਆ ਰਿਹਾ, ਸਕੂਟੀ ਤੇ ਆ ਰਿਹਾ, ਪਰ ਸ਼ੋਭਾ ਜ਼ਿਆਦਾ ਉਹ ਘਟ ਰਿਹਾ। ਇਹ ਪਿਤਾ ਹੈ ਸਾਡਾ, ਅਸੀਂ ਪਿਤਾ ਨੂੰ ਤੇ ਘਰੋਂ ਬਾਹਰ ਕੱਢ ਛੱਡਿਆ। ਸੰਤੋਖ ਨਾਮ ਦੀ ਚੀਜ਼ ਤੇ ਸਾਡੇ ਵਿੱਚ ਹੈ ਹੀ ਨਹੀਂ। ਦੱਸੋ ਕਿੰਨਿਆਂ ਵਿੱਚ ਹੈ? ਮੇਰੇ ਸਮੇਤ, ਮੈਂ ਤੇ ਆਪਣੀ ਗੱਲ ਕਰਾਂਗਾ, ਮੈਂ ਤੁਹਾਡੀ ਨਹੀਂ ਜਾਣਦਾ, ਤੁਸੀਂ ਆਪਣੇ ਜਾਣਦੇ ਹੋ। ਅਸੀਂ ਲਾਲਚ ਦੇ ਕੁੱਟੇ ਹੋਏ ਹਾਂ। ਇੱਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੁੰਕੇ, ਅਸੀਂ ਰੋਜ਼ ਸਵੇਰੇ ਉੱਠ ਕੇ ਸਾਨੂੰ ਇਹ ਸਭ ਚੀਜ਼ਾਂ, ਲਾਲਚ ਦੀ ਆਸ਼ਾ ਤੇ ਤ੍ਰਿਸ਼ਨਾ ਦੀਆਂ 2 ਕੁੱਤੀਆਂ, ਇਹ ਸਾਡੇ ਅੰਮ੍ਰਿਤ ਵੇਲੇ ਤੋਂ ਹੀ, ਜਾਗਣ ਤੋਂ ਹੀ ਇਹ ਸਾਡੇ ਅੰਦਰ ਲਾਲਚਪੁਣਾ ਜਾਗ ਪੈਂਦਾ ਕਿ ਅੱਜ ਮੈਂ ਕਿਸ ਤਰ੍ਹਾਂ ਠੱਗੀ ਮਾਰਨੀ ਹੈ। ਕਿਉਂ? ਕਿਉਂਕਿ ਸੰਤੋਖ ਖਤਮ ਹੋ ਗਿਆ। ਜਦੋਂ ਤੁਸੀਂ ਗੁਰੂ ਕੋਲ ਆਉਂਦੇ ਹੋ, ਗੁਰੂ ਦੀ ਬਾਣੀ ਪੜ੍ਹਦੇ ਹੋ, ਤੁਹਾਡੇ ਅੰਦਰ ਸੰਤੋਖ ਆਏਗਾ। ਤੁਸੀਂ ਕਹਿੰਦੇ ਮੈਂ ਕੀ ਲੈਣਾ ਯਾਰ, ਇਹ ਤੇ ਸਰੀਰਕ ਤੌਰ ਤੇ ਨੇ। ਇਹ ਚੀਜ਼ਾਂ ਤੇ ਕਿਸੇ ਨੇ ਅਗਰ ਕਾਰ ਦੇ ਵੀ ਦਿੱਤੀ, ਸਕੂਟਰ ਦੇ ਵੀ ਦਿੱਤਾ ਦਾਜ ਵਿੱਚ, ਕਿੰਨਾ ਕੁ ਚਿਰ ਚੱਲੇਗਾ? ਦੱਸੋ, ਤੁਹਾਨੂੰ 30-30 ਸਾਲ ਵਿਆਹ ਦੇ ਹੋ ਗਏ ਨੇ, ਕੋਈ ਚੀਜ਼ਾਂ ਦਾਜ ਤੋਂ ਆਈਆਂ ਪਈਆਂ ਨੇ? ਹਾਂ,
ਅਸੀਂ ਬਦਨਾਮੀ ਜ਼ਰੂਰ ਖੱਟੀ ਹੋਣੀ ਹੈ, ਮੈਨੂੰ ਖਿਮਾ ਕਰ ਦੇਣਾ, ਇਹ ਸੰਤੋਖ ਨਹੀਂ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਦਰਅਸਲ ਤੈਨੂੰ ਸੰਤੋਖ ਨੂੰ ਪਿਤਾ ਬਣਾ ਤੇ ਗੁਣਾਂ ਨੂੰ ਤੂੰ ਆਕਸੀਜਨ ਬਣਾ ਤੇ ਮਾਤਾ ਧਰਤ ਮਹਤ, ਜਿਹੜੀ ਮਾਂ ਹੈ ਉਹਨੂੰ ਮਤ ਬਣਾ। ਹੁਣ ਮਤ ਦਾ ਸੰਤੋਖ ਦੇ ਨਾਲ ਵਿਆਹ ਹੋਏਗਾ ਜਦੋਂ, ਫਿਰ ਧਿਆਨ ਦੇਣਾ। ਮਾਤਾ ਤੇ ਪਿਤਾ ਦੇ ਸੁਮੇਲ ਤੋਂ ਕੀ ਹੁੰਦਾ ਹੈ? ਬਾਲਕ ਪੈਦਾ ਹੁੰਦਾ ਨਾ। ਤੇ ਜਦੋਂ ਗੁਰੂ ਦੀ ਮੱਤ ਲਾਂਗੇ ਤੇ ਸੰਤੋਖ ਦੇ ਨਾਲ ਇੱਕ ਸੇਵਕ ਦਾ ਜਨਮ ਹੋਏਗਾ, ਫਿਰ ਧਿਆਨ ਦੇਣਾ। ਫਿਰ ਉਹਦੇ ਅੰਦਰ ਗੁਣਾਂ ਦਾ ਸਾਗਰ ਹੋਏਗਾ, ਉਹਦੀ ਆਕਸੀਜਨ। ਹੁਣ ਉਹਦੇ ਆਕਸੀਜਨ ਸਾਨੂੰ ਕਿਉਂ ਸਾਡੇ ਅੰਦਰ ਕਾਲਾਪਨ ਕਿਉਂ ਹੈ? ਮੈਂ ਗੱਲ ਕੀਤੀ ਨਹੀਂ, ਅਸੀਂ ਕਾਲੇਪਨ ਕਿਉਂ ਹੋ ਜਾਂਦੇ ਹਾਂ? ਮੈਨੂੰ ਕੋਈ ਕਵੇ, ਮੈਂ ਉਹਦੀ ਗੱਲ ਸੁਣਦਾ ਨਹੀਂ, ਪਹਿਲਾਂ ਖਾਣ ਨੂੰ ਪੈ ਕਿਉਂ? ਕਿਉਂਕਿ ਸਾਡੇ ਅੰਦਰ ਅਸੀਂ ਉਹ ਗੁਣ ਗਏ ਹੀ ਨਹੀਂ। ਜਦੋਂ ਗੁਣ ਚਲੇ ਜਾਣਗੇ ਸੰਤੋਖ ਆਏਗਾ। ਜਿਸ ਤਰ੍ਹਾਂ ਹਵਾ ਆ ਗਈ, ਪਾਣੀ ਆ ਗਿਆ, ਗੁਰੂ ਦੀ ਮੱਤ ਵੀ ਆ ਗਈ। ਜਦੋਂ ਮੱਤ ਆ ਜਾਂਦੀ ਹੈ ਤੇ ਫਿਰ ਕੀ ਹੁੰਦਾ ਹੈ? ਫਿਰ ਗੁਰੂ ਸਾਹਿਬ ਕਹਿੰਦੇ ਨੇ ਉਸ ਮਾਤਾ ਪਿਤਾ ਦੇ ਫਿਰ ਸੁਮੇਲ ਦੇ ਨਾਲ, ਜਿਸ ਤਰ੍ਹਾਂ ਧਰਤੀ ਨੇ, ਸਾਰੀ ਧਰਤੀ ਨੇ ਸਾਨੂੰ ਸਾਰਿਆਂ ਜੀਵਾਂ ਨੂੰ ਸਮੇਟ ਰੱਖਿਆ, ਸਭ ਨੂੰ ਸਮੇਟ ਰੱਖਿਆ ਨਾ। ਧਰਤੀ ਕਿਤਨਾ ਸਭ ਦੀ ਪਾਲਣਾ ਕਰ ਰਹੀ ਹੈ, ਮਾਂ ਵੀ ਸਭ ਦੀ ਪਾਲਣਾ ਕਰਦੀ ਹੈ। ਮਾਂ ਦਾ ਵੀ ਸੁਭਾਅ ਹੈ। ਤੇ ਤੂੰ ਮਾਂ ਦੀ ਮੱਤ ਲੈ, ਮਾਂ ਕਾਲੀ ਨਹੀਂ ਪੈਂਦੀ। ਜੇ ਧਰਤੀ ਨਾ ਹੋਵੇ ਤਾਂ ਅਸੀਂ ਰਵਾਂਗੇ ਕਿੱਥੇ? ਤੇ ਜੇ ਗੁਰੂ ਦੀ ਮੱਤ ਨਹੀਂ ਹੋਏਗੀ ਤੇ ਅਸੀਂ ਰਵਾਂਗੇ ਕਿੱਥੇ? ਫਿਰ ਆਪਣੀ ਮੱਤ ਚਲਾਵਾਂਗੇ, ਜਿਹਨੂੰ ਮਨ ਮੱਤ ਕਹਿੰਦੇ ਨੇ, ਜਿਹਨੂੰ ਮਨ ਮੁਖ ਵੀ ਕਹਿ ਲੋ। ਤੋ ਗੁਰੂ ਸਾਹਿਬ ਇੱਥੇ ਇਹੀ ਕਹਿ ਰਹੇ ਨੇ, ਭਾਈ ਤੂੰ ਜਿਹੜਾ ਪਵਨ ਹੈ ਨਾ, ਉਹਨੂੰ ਗੁਣਾਂ ਦਾ ਗੁਰੂ ਬਣਾ ਲੈ। ਗੁਣਾਂ ਦੀ ਆਕਸੀਜਨ ਹੈ। ਪਾਣੀ ਹੈ ਜਿਹੜਾ, ਉਹ ਸੰਤੋਖ, ਪਿਤਾ ਨੂੰ ਸੰਤੋਖ ਬਣਾ ਲੈ। ਜਿਹੜੀ ਵੱਡੀ ਧਰਤੀ ਮਾਤਾ ਹੈ ਨਾ, ਉਹ ਮਾਤਾ ਦਾ ਦਰਜਾ ਤਾਂ ਹੈ, ਉਸ ਨੂੰ ਮੱਤ ਬਣਾ ਲੈ। ਤੇ ਹੋਏਗਾ ਕੀ ਫਿਰ? ਦਿਵਸ ਰਾਤ ਦੋਏ, ਐਵੇਂ ਪੜਨਾ, ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਇਹ ਰਾਤ ਤੇ ਦਿਨ ਇਸ ਤਰ੍ਹਾਂ ਮਾਨੋ ਜਿਸ ਤਰ੍ਹਾਂ ਖਿਡਾਵਾ ਤੇ ਖਿਡਾਵੀ ਖਿਡਾਉਂਦੇ ਨੇ ਨਾ ਦਿਨੇ ਨੂੰ, ਤੇ ਰਾਤ ਨੂੰ ਫਿਰ ਉਹ ਖਿਡਾਵੀ ਇੰਝ ਠੱਪ ਠਪਾ ਕਰਕੇ ਉਹਨੂੰ ਸਵਾ ਦਿੰਦੀ ਹੈ। ਤੇ ਸਿੱਖਾ ਇੱਕ ਗੱਲ ਤੂੰ ਵੀ ਯਾਦ ਰੱਖ, ਜੇ ਤੂੰ ਗੁਰੂ ਦੇ ਗੁਣਾਂ ਦਾ ਗ੍ਰਹਿਣ ਕੀਤਾ ਹੋਏਗਾ, ਗੁਰਾਂ ਦੇ ਗੁਣਾਂ ਦੀ ਆਕਸੀਜਨ ਲਈ ਹੋਏਗੀ, ਮਤ ਗੁਰੂ ਦੀ ਲਈ ਹੋਏਗੀ, ਸੰਤੋਖ ਲਿਆ ਹੋਏਗਾ, ਜੇ ਤੇ ਉਹ ਲਿਆਵੇ ਤੇ ਤੂੰ ਖੇਡਾ। ਫਿਰ ਦੁਨੀਆ ਦੇ ਅੰਦਰ ਜਿਨ੍ਹਾਂ ਨੇ ਇਹ ਚੀਜ਼ ਨਹੀਂ ਲਈ, ਉਹਨਾਂ ਨੇ ਪਰੇਸ਼ਾਨ ਹੀ ਹੋਣਾ ਹੈ। ਤਾਂ ਗੁਰੂ ਸਾਹਿਬ ਇੱਥੇ ਇਹ ਕਹਿ ਰਹੇ ਨੇ ਕਿ ਤੂੰ ਜਿਸ ਤਰ੍ਹਾਂ ਖਿਡਾਰੀ ਖੇਡਦਾ ਹੈ, ਪਰ ਜੇ ਗੁਰੂ ਦੀ ਮੱਤ ਅਨੁਸਾਰ ਖੇਡੇਗਾ ਤੈਨੂੰ ਇਹ ਧਰਤੀ ਚੰਗੀ ਲੱਗੇਗੀ। ਤੇ ਜੇ ਆਪਣੀ ਮੱਤ ਅਨੁਸਾਰ ਖੇਡੇਗਾ ਤੇ ਤੂੰ ਫਿਰ ਕੀ ਹੋਏਗਾ? ਮਹਾਰਾਜ ਅੱਗੇ ਕਹਿ ਰਹੇ ਨੇ, ਕਰਮੀ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਸਾਡੇ ਚੰਗੇ ਤੇ ਮਾੜੇ ਕਰਮ, ਮੈਂ ਹੁਣੇ ਕਿਹਾ ਨਾ, ਜਿਹੜੀਆਂ ਅਸੀਂ ਕਰਮ ਕਰ ਰਹੇ ਹਾਂ, ਇਹਦੀ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ, ਸਾਨੂੰ ਆਜ਼ਾਦੀ ਹੈ, ਕਰਮ ਕਰਨ ਦੀ ਆਜ਼ਾਦੀ ਹੈ। ਪਰ ਜਦੋਂ ਉਹਦਾ ਇਲਜ਼ਾਮ, ਉਹਦਾ ਜਦੋਂ ਹਰਸ਼ਰ ਹੋਣਾ ਹੈ ਨਾ, ਜਦੋਂ ਉਹਦੀ ਸਜ਼ਾ ਹੋਣੀ ਹੈ, ਉਦੋਂ ਤੇਰੀ ਆਜ਼ਾਦੀ ਨਹੀਂ ਹੈ। ਪਰਮਾਤਮਾ ਕੀ ਹੈ? ਸਾਡੇ ਜਿਤਨੇ ਵੀ ਚੰਗੇ ਤੇ ਮਾੜੇ ਕਰਮ ਨੇ, ਜੇ ਤੇ ਮੈਂ ਮੱਤ ਗੁਰੂ ਦੀ ਲੈ ਲਈ, ਸੰਤੋਖ ਲੈ ਲਿਆ ਤੇ ਗੁਣਾਂ ਦੀ ਆਕਸੀਜਨ ਲੈ ਲਈ, ਤੇ ਮੈਂ ਕੰਮ ਚੰਗੇ ਸ਼ੁਰੂ ਹੋ ਗਏ ਮੇਰੇ ਕੋਲੋਂ। ਹੁਣ ਤੁਸੀਂ ਇਹ ਤਿੰਨੋਂ ਚੀਜ਼ਾਂ ਲਈਆਂ ਨੇ ਤਾਂ ਹੀ ਅੰਮ੍ਰਿਤ ਵੇਲੇ ਜਾਗੇ ਹੋ ਨਾ। ਤੇ ਜਿਨ੍ਹਾਂ ਨੇ ਚੀਜ਼ਾਂ ਨਹੀਂ ਲਈਆਂ ਉਹ ਬੁਰਾਈਆਂ ਹੋ ਗਈਆਂ, ਉਹ ਫਿਰ ਦੂਜੇ ਬੰਨੇ ਚਲੇ ਗਏ।
जिन्हों ने गुरु नूं समझिया ही नहीं, वो कहते ने है ही नहीं, ना गुरु है ना परमात्मा है। नास्तिक बंदे फिर वो इस रस्ते चल पैंदे ने। महाराज कहते ने वाचे धर्म हदूर, हदूर भाव परमात्मा की हजूरी दे विच धर्म राज जदों वचदा है, बंदियां दे कीते होए कर्मां नूं पढ़ के सुनांदा है। वाचे मतलब वो कर्म पढ़ के सुनाने। जदों धर्म राज उस परमात्मा की हजूरी दे विच साडे कर्मां नूं सुनांदा है, चंगे ते माड़े कर्म, क्योंकि खोटे खरे परखियन साहिब के दीवान। साहिब दी मालक दी कचहरी दे विच साडे कहण नाल कुछ नहीं होना, पुन्नी पापी आखण ना है। महाराज कहंदे ने कर कर करना लिख ले जा, आपे बीज आपे ही खा। ये तेरे कहण नाल कुछ नहीं होना या लोगों के कहण नाल मैं पाप पुण। ये तो परमात्मा की दरगाह दे विच जदों धर्मराज ने वो तेरे कर्म पढ़ के चंगे ते माड़े सुनाने ने ना, तो फिर उहदे नाल की होना है? करमी आपो अपनी के नेड़े के दूर। जे ते पिता नूं संतोख साडे अंदर है, गुणां दा हवा ऑक्सीजन लईए, मत गुरु दी लईए, ते असी नेड़े हो जाएंगे। ते जे चीज़ां नहीं लईयां ते वो कर्मा करके दूर हो जाएंगे। देखो कितनी वधिया गल महाराज ने कही है। चंगे कर्म किते होणगे असी रब दे नेड़े हो जाएंगे, माड़े करांगे रब तो दूर हो जाएंगे। थोड़ा होर सौखा ले लीए। मैं कहना दुनियावी गल कर लीए तो ज़्यादा थोड़ा जिहा होर समझ आ जाती है। दो तरह दियां ना, बड़े ध्यान नाल सुनना, दो तरह दियां जीव इस्त्रियां होंदियां ने, जिन्हों लेडीज़ कह लो। दोनों के विआह हो जाते हैं, दोनों भैणां समझ लो। उदाहरण है समझण वास्ते। उन्होंने संस्कार अच्छे मिले ने, एक नूं संस्कार बड़े अच्छे मिले ने ते एक नूं नहीं मिले। या इस तरह सोच लो, तुहाडे घर दो पुत्र ने, एक तुहाडा कहना मनदा है वो तुहाडे नेड़े वे, जिहड़ा तुहाडे कहने विच नहीं वो तुहाडी नज़रां विचों दूर है, भावें कोल रहिंदा है। जिहड़ा आग्याकारी पुत्र है वो नेड़े वे, जिहड़ा तुहाडा कहना नहीं मनदा दूर है। विआहियां गईयां दोनों। हुण सिੱਖਿਆ की सी? भाई गुरदास जी कहते ने, नहर कुआर कन्या लाडली कै, मानियत ब्याहे ससुराल जाए, गुनन कै मानीए। हुण पेका घर सी, उठदी सी आराम नाल 9-10 बजे 11 बजे। नहर हुंदा है तुहाडा पेका घर, उस टाइम कुआरी सी ते लाड़ विच माता पिता उठांदे नहीं सन। कोल दादी दादा बैठते सन, वो रोज़ कहते सन, पोती अपने बच्चों को कहते सन, उठा जल्दी उठा, इन्हें अगों सोहरे घर जाना ही, और सोहरे घर जाएगी, इत्थे दे लाड़ चल जाणगे, ये प्यार है तुहाडा, पर उत्थे यही लाड़ इहदे ओगण बन जाणगे। इनू गुणा वाला बना के भेज, इनू जल्दी उठा, इनू दाल सब्जी बनानी सिखा, क्योंकि उत्थे दे लाड़ है, इत्थे नहीं है, कि उन्होंने वो सिक्ख्या नहीं मिली। जदों विआही गई उन्हें कहा जो प्यो दा मेरा ही है सब कुछ, सोहरे दा। ते उन्हें सीधी एक मन विच धारण, सारियां दी गल नहीं कर रहा, दो तरह की गल कर रहे हैं। तो उन्हें सस सोहरे दी सारियां जायदादां जो भी है उहदे उत्ते नज़र रखी, ते कहने विच भी नहीं सी। जद विआही गई ते घर वाला भी वो वजह मिल गया, दोनों मिल के हुण माता सस सोहरा दुखी, बई केड़ी है घर विच नूंह आ गई है। हुण जिहड़ा घर स्वर्ग सी वही घर नरक बन गया, के नेड़े के दूर। हुण प्यो ने फिर सोहरे ने सोचा ये तो भाई काम बड़ा माड़ा है। उन्हें कहा फिर जा, जे तेरे हिस्से का जो है ना, जा तू लै जा, हुण तू इत्थों दूजी तरफ अपना दूजा घर वसा लो, तुहाडा जो हिस्सा बंदा लै जाओ। हुण एक सी विआही इस तरह, दूजी घरों संस्कारक सी, वो माता पिता दे बड़ा सत्कार किया, उतों सारी सिक्ख्या लैके जद सोहरे गई, उन्हें की समझा, सब तो पहला जिहड़ा मैं माँ प्यो छड़ के आई हाँ, इत्थे मैनूं हुण माँ प्यो मिल गए ने, फिर ध्यान देना, यही मेरे माँ प्यो ने। वो सेवा च जुट गई।
हर काम कर रही है। सस सहुरा बड़े खुश ने, भई साड़ी नूंह आई है, कमाल दी आई है। वो 10 नूं 10 भी रहे हैं। क्यों? क्योंकि उन्होंने प्यो की पढ़ाई पढ़ ली। असी भी पेके घर ही आए हैं, असी भी गुरु की घर की पढ़ाई पढ़नी नहीं है। असी भी संतोख, सबर, गुरु की मत, गुरु के गुणों की ऑक्सीजन लैनी है। जे चीज़ां नहीं लावांगे असी दूर हो जाएंगे। तो उन्हें 8-10 साल हो गए सस सहुरे का दिल जित लिया। एक दिन सोहरा कहता है, साडी नूंह राणी इन्नी चंगी है, असी एवं घर के वक्ते पाए हुए ने, यह काम वो कर वो कर। उन्हें एक दिन चाबियां घर दियां दे दित्तियां, ए लै बच्चा चाबियां तू ले लै, ये तू ही घर दा सांभ। अगों जिहड़ी संस्कारिक नूंह सी ना, वो पता की जवाब दिंदी है, पापा जी ए मैं नहीं लैणियां। पहला तो जदों मैं जाती सी तो तुसी मैनू मेरे पर्स विच कहंदे सी ए पैसे ने, जा बाजार विच ए चीज़ ले आ। अज तुसी मेरे वाले करोगे, तुसी जाना होएगा तो मैं तुहानू दवां, ये मेरे माता पिता ने मैनू सिखाया नहीं है। के नेड़े के दूर। हुण दसो पहली वाली नूंह नेड़े वे ते ऐ वाली नेड़े वे? क्योंकि उन्हें मत अपने माँ प्यो की लई है, संस्कारिक मत लई है। जिस दिन सिखा तू गुरु की मत ले लेगा, तू चोट सहन विच तेरी ताकत आ जाएगी। तू कहेगा जे मेरा हिस्सा भी जाता है कोई गल नहीं, मैं कलेश नहीं पाना। ये सारे इस तरह के नहीं मैं गल कर रहा। किथे माँ प्यो भी सस सहुरे भी माड़े होंदे ने, उन्हां वास्ते भी ये उपदेश है कि जे कोई व्याही नूंह आई है तो उन्होंने फिर वो भी समझते हैं, बई इन्नी सोहनी नूंह आई है यार, सन तो पता ही नहीं लग्या, साडी धी एक गई है, ये दूजी धी आ गई है साडे घर। ये की के नेड़े के दूर। यही अगर असी गुरु साहब दे नाल ढुका लीए, असी भी पेके घर ही आए हैं ना, असी सारे ही उस परमात्मा के घर दियां जीव इस्त्रियां वा। ते जे असी भी संस्कार गुरु के घरों लैके असी इनू अगर अपने घर क्यों ना वरत लीए, संसारी वरतन की तो गल मैं बहुत दूर की गल कर रहा, घर के कलेश ही मुक जान। यही सस सहुरा भी अपना लैन, यही नूंह पुत्र अपना लैन, तो घर कलेश ही मुक जाएंगे। तो गुरु साहब इत्थे यही कह रहे हैं कि चंगियाइयां बुरियाइयां वाचे धर्म हदूर। उस परमात्मा की हजूरी विच धर्म राज की करता है कि पढ़ के साडे जीवां दी चंगियां ते माड़े काम परमात्मा दे अगे दसदा है। फिर की हुंदा, करमी आपो अपनी के नेड़े के दूर। फिर वो कर्मा करके असी परमात्मा दे नेड़े हो गए हाँ। तो जे असी कर्म माड़े कीते ने, फिर सानू दोजक विच सजावां मिलदियां ने। ते अगे चल के महाराज कहंदे ने, जिन्नी नाम ते आया, ये अखीर विच महाराज श्लोक दे विच कह रहे हैं, जिन्ना ने भी प्रभु का नाम ध्याया है, गए मशक्कत काल। इत्थे मशक्कत है, मस्कत नहीं है, मशक्कत। मशक्कत फारसी वर्ड, एदा भाव ही यही है, घालना, मेहनत, परिश्रम, हार्ड वर्क। जो असी पिछे विचार के आए हैं, सरम खंड की बाणी रूप, तिथे घाड़त घड़िए बहुत अनूप। जिन्हों ने घाल घालना की, घाल घालना ये नहीं कि भुखे रहे हैं, अन्न छड़ दिता वे, घर बार छड़ दिता, नहीं। जिन्हों ने अमृत वेले जाग के गुरबाणी पढ़ी है, खलकत की सेवा की है, और कभी भी आलस नहीं किया नाम जपण विच, चंगे कर्म किते ने, जिन्हों ने घालना कीतियां ने ये वजियां, कोई धूनियां नहीं तुखाइयां, जिन्हों ने अपनिया इंद्रियां ते कंट्रोल किया है, ये मशक्कत है। जिन्होंने क्रोध आया रोक लिया है, जिन्होंने लोभ रूपी कुत्ता भौंकिया, उसले गुरु के शब्द के नाल उस लोभ नूं अगे वधन नहीं दिता। आत्म जिने सगल वस्तां के, हुण पढ़िया ना, जाको अरंग लागो इस युग में, सो गईयत है सूरा। तो जिन्हों ने प्रभु का नाम ध्याया है और मशक्कत की है, की होया, नानक रुक के, नानक ते मुख उजले, उन्हां दे मुख उजले हो गए ने। केती छुट्टी नाल उन्हां दे अपने की होने ने,
ਜਿਹੜੇ ਉਹਨਾਂ ਦੇ ਸੰਗੀ ਸੀ, ਸਾਥੀ ਸੀ ਆਸ-ਪਾਸ, ਉਹਨਾਂ ਦੀ ਵੀ ਬੰਦ ਖਲਾਸੀ ਹੋ ਗਈ। ਜਾਂ ਇੱਕ ਹੁਣ ਦੂਜਾ ਭਾਵ ਹੋਰ ਲੈ ਲਓ, ਜਦੋਂ ਜਿਨੇ ਨਾਮ ਜਪਿਆ, ਘਾਲਣਾ ਕੀਤੀ, ਵਿਕਾਰਾਂ ਤੇ ਕੰਟਰੋਲ ਕੀਤਾ, ਇੰਦਰੀਆਂ ਤੇ ਕੰਟਰੋਲ ਕੀਤਾ, ਗਿਆਨ ਇੰਦਰੀਆਂ ਨੂੰ ਸੰਭਾਲਿਆ, ਤੇ ਕੀ ਹੋਇਆ? ਚੇਤੀ ਛੁੱਟੀ ਨਾਲ ਉਹਨਾਂ ਨੇ ਆਪਣੀਆਂ ਇੰਦਰੀਆਂ ਨੂੰ ਵੀ ਆਜ਼ਾਦ ਕਰਵਾ ਦਿੱਤਾ, ਜਿਸ ਇੰਦਰੀਆਂ ਦੇ ਵਸ ਹੋ ਕੇ ਸਾਰਾ ਸੰਸਾਰ ਫਸਿਆ ਪਿਆ ਹੈ। ਪਰ ਉਹਨਾਂ ਨੇ ਉਸ ਪਰਿਵਾਰ ਨੂੰ ਵੀ ਜਿੱਤ ਲਿਆ। ਤਾਂ ਹੀ ਕਬੀਰ ਸਾਹਿਬ ਕਹਿੰਦੇ ਨਾ, ਜਾਂ ਤਿਸ ਭਾਵੇ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲੰਘਾਵੇ। ਰਾਮ ਜਪੋ ਜੀ ਐਸੇ ਐਸੇ, ਧੂ ਪ੍ਰਹਲਾਦ ਜਪਿਓ ਹਰ ਜੈਸੇ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਇੱਕ ਤੇ ਪਰਿਵਾਰ ਹੋ ਗਿਆ ਕਿ ਉਹਨਾਂ ਦੀ ਘਰ ਵਾਲੀ, ਬੱਚੇ, ਇੱਕ ਉਹਨਾਂ ਨੇ ਆਪਣੇ ਅੰਦਰ ਦੇ ਸਰੀਰ ਰੂਪੀ ਇੰਦਰੀਆਂ ਨੂੰ ਉਸ ਪਰਮਾਤਮਾ ਦੇ ਬੇੜੇ ਦੇ ਵਿੱਚ ਚੜਾ ਦਿੱਤਾ। ਕਹਿੰਦੇ ਨੇ ਹੁਣ ਮੈਂ ਇੰਦਰੀਆਂ ਤੇਰੇ ਵਸ ਕਰ ਦਿੱਤੀਆਂ ਨੇ, ਹੁਣ ਜਾਂ ਤਿਸ ਭਾਵੇ, ਜੇ ਤੈਨੂੰ ਚੰਗਾ ਲੱਗਦਾ ਤਾਂ ਇਸ ਬੇੜੇ ਕੋ ਪਾਰ ਲੰਘਾਵੇ, ਤੂੰ ਇਸ ਬੇੜੇ ਨੂੰ ਪਾਰ ਲੰਘਾ ਦੇ। ਤਾਂ ਗੁਰੂ ਸਾਹਿਬ ਫਿਰ ਕਹਿੰਦੇ ਨੇ, ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਮਸ਼ੱਕਤ ਘਾਲਣਾ ਕੀਤੀਆਂ, ਜਿਨ੍ਹਾਂ ਘਾਲਣਾ ਇਹੀ ਹੈ। ਕੋਈ ਇੱਥੇ ਕੋਈ ਯੁੱਧ ਨਹੀਂ ਲੜਨੇ, ਅਸੀਂ ਕੋਈ ਨੰਗੇ ਭੁੱਖੇ ਜਾਂ ਪਿੰਡੇ ਤੇ ਸਵਾਵਾਂ ਨਹੀਂ ਮਲਣੀਆਂ। ਸਾਡਾ ਇਹੀ ਕੰਮ ਹੈ ਕਿ ਜੀਵਨ ਵਿੱਚ ਸੰਤੋਖ ਲਿਆ ਕੇ, ਗੁਰੂ ਦੀ ਮੱਤ ਲੈ ਕੇ, ਗੁਣਾਂ ਨੂੰ ਆਕਸੀਜਨ ਬਣਾ ਕੇ, ਜੇ ਤੂੰ ਇਸ ਤਰ੍ਹਾਂ ਚੱਲੇਗਾ ਤੇ ਤੇਰਾ ਤੇ ਮੁਖ ਉਜਲਾ ਹੋਏਗਾ ਹੀ, ਹੋਰਾਂ ਦਾ ਵੀ, ਤੂੰ ਕਈਆਂ ਦਾ, ਪਰਿਵਾਰ ਦਾ ਵੀ ਭਲਾ। ਕਬੀਰ ਸੋਈ ਮੁਖ ਧਨ ਹੈ, ਜੇ ਮੁਖ ਕਹੀਏ ਰਾਮ, ਦੇਹੀ ਕਿਸ ਕੀ ਬਾਪਰੀ, ਪਵਿੱਤਰ ਹੋਏਗੋ ਗ੍ਰਾਮ। ਇੱਥੇ ਗ੍ਰਾਮ ਭਾਵ ਪਿੰਡ, ਜਾਂ ਤੁਹਾਡੇ ਸਾਰੀ ਇੰਦਰੀਆਂ ਵੀ ਪਵਿੱਤਰ ਹੋ ਜਾਣਗੀਆਂ ਜਦੋਂ ਮੁਖ ਦੇ ਵਿੱਚੋਂ ਤੁਸੀਂ ਜਪੋਗੇ ਸਤਨਾਮ ਸ੍ਰੀ ਵਾਹਿਗੁਰੂ। ਤਾਂ ਗੁਰੂ ਸਾਹਿਬ ਇਸ ਸ਼ਲੋਕ ਦੇ ਵਿੱਚ ਸਾਨੂੰ ਇਹ ਮਨ ਦੇ ਤਲ ਤੇ ਸਮਝਾ ਰਹੇ ਨੇ, ਭਾਈ ਮਨ ਦੀ ਅਵਸਥਾ ਨੂੰ ਉੱਚੀ ਕਰਨਾ ਹੀ, ਤੇ ਘੱਟੋ ਘੱਟ ਉਸ ਪਰਮਾਤਮਾ ਦੇ ਨਾਮ ਨੂੰ, ਉਸ ਦੇ ਗੁਣਾਂ ਨੂੰ ਆਕਸੀਜਨ ਬਣਾ ਲੈ। ਜਿਸ ਤਰ੍ਹਾਂ ਸਰੀਰਕ ਤੌਰ ਤੇ ਅਸੀਂ ਜਿੰਦੇ ਨਹੀਂ ਰਹਿ ਸਕਦੇ, ਉਸੇ ਤਰ੍ਹਾਂ ਗੁਰੂ ਦੇ ਗੁਣਾਂ ਦੇ, ਗੁਰਾਂ ਦੇ ਗਿਆਨ ਦੇ, ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਅਸੀਂ ਜਿੰਦੇ ਨਹੀਂ ਰਹਿ ਸਕਦਾ। ਸਾਡਾ ਮਨ, ਪਿਤਾ ਨੂੰ ਤੂੰ ਸੰਤੋਖ ਨੂੰ ਪਿਤਾ ਬਣਾ ਲੈ। ਜਿਸ ਤਰ੍ਹਾਂ ਹਵਾ ਪਾਣੀ ਤੋਂ ਬਿਨਾਂ ਬੰਦਾ ਰਹਿੰਦਾ ਨਹੀਂ, ਗੁਰੂ ਦੇ ਸਬਰ ਤੋਂ ਬਿਨਾਂ ਤੂੰ ਵੀ ਨਾ ਰਹਿ। ਗੁਰੂ ਦੇ ਸੰਤੋਖ ਜਿਹੜੀ ਦਾਤ ਹੈ, ਦੈਵਿਕ ਗੁਣ ਹੈ, ਉਹ ਵੀ ਵਾਹ ਅੰਦਰ ਕਰ ਲੈ, ਤੇ ਮਤ ਆਪਣੀ ਚਲਾਣੀ ਬੰਦ ਕਰ ਦੇ। ਸਹਿ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ। ਜਿਹੜੀ ਮਤ ਹੈ ਉਹ ਗੁਰੂ ਦੀ ਲੈ ਲੈ, ਗੁਰ ਕੀ ਮਤ ਤੂੰ ਲੈ ਇਆਣੇ, ਭਗਤ ਬਿਨਾ ਬੋ ਡੂਬੇ ਸਿਆਣੇ। ਫਿਰ ਤੇਰੀ ਮਤ ਹੀ ਨਹੀਂ ਹੋਏਗੀ। ਜਦੋਂ ਮਤ ਹੀ ਗੁਰੂ ਦੀ ਚੱਲੇਗੀ ਤੇ ਫਿਰ ਕੀ ਹੋਏਗਾ? ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਬਹੁਤ ਗਲਤੀਆਂ ਹੋਈਆਂ ਨੇ ਦਾਸ ਪਾਸੋਂ, ਖਿਮਾ ਕਰ ਦੇਣਾ। ਜਿਤਨੀ ਮੱਤ ਸੀ ਗੁਰੂ ਨੇ ਦਿੱਤੀ ਹੈ, ਉਸ ਮੁਤਾਬਕ ਇਸ ਨੂੰ ਐਕਸਪਲੇਨ ਕਰਨ ਦਾ ਯਤਨ ਕੀਤਾ ਹੈ। ਜੇ ਕੁਝ ਭੁੱਲਾਂ ਹੋਈਆਂ ਨੇ ਉਹ ਅਰਦਾਸ ਹੋਣੀ ਹੈ। ਕਈ ਵਾਰੀ ਬੰਦਾ ਕਹਿੰਦਾ ਕਿ ਇਹ ਗਲਤੀ ਹੈ, ਗਲਤੀ ਹੈ, ਗੁਰਬਾਣੀ ਦੀ ਇੱਥੇ ਗਲਤੀ ਪੜ੍ਹੀ ਹੈ, ਇਹ ਵਿਚਾਰ ਗਲਤ ਹੋਈ ਹੈ। ਇਹ ਜਿਹੜੀ ਹੁਣ ਅਰਦਾਸ ਹੋਣੀ ਹੈ ਨਾ, ਉਹਦੇ ਵਿੱਚ ਸਾਰੀਆਂ ਹੀ ਭੁੱਲਾਂ ਬਖਸ਼ੀਆਂ ਜਾਣੀਆਂ ਨੇ। ਜੇ ਮੈਨੂੰ ਬੁਲਾਇਆ ਤੇ ਗੁਰੂ ਸਾਹਿਬ ਨੇ ਬੁਲਵਾਇਆ ਹੈ, ਨਾ ਮੇਰੀ ਮੱਤ ਨੇ ਬੋਲੀ ਹੈ, ਇਹ ਪਰਮਾਤਮਾ ਨੇ ਮੈਨੂੰ ਬੁਲਵਾਇਆ। ਤੇ ਜੇ ਪਰਮਾਤਮਾ ਨੇ ਬੁਲਾਇਆ ਤੇ ਕੋਈ ਗਲਤੀ ਹੋਈ ਹੈ ਤੇ ਅਸੀਂ ਅਰਦਾਸ ਵਿੱਚ ਸਾਂਝ ਕਰ ਲੈਣੀ ਹੈ। ਤੇ ਗੁਰੂ ਸਾਹਿਬ ਸਭ ਬਖਸ਼ੰਦ ਪਿਤਾ ਨੇ ਸਾਡੀਆਂ ਗਲਤੀਆਂ ਨਾ ਚਿਤਾਰਨ। ਅਸੀਸ ਬਖਸ਼ਣਾ ਕਿ ਕਥਾ ਕਰਨ ਦੀ